ਹੈਲੋ ਫਰੈਂਡਸ ਮੈਂ ਇੱਕ ਅੱਜ ਦਾ ਬਲੌਗ ਜਿਹੜਾ ਮੈਂ ਬਣਾ ਰਿਹਾ ਉਹ ਮੈਂ ਡੈਡੀਕੇਟ ਕਰਦਾ ਹਾਂ ਆਪਣੀਆਂ ਮਦਰਸ ਨੂੰ ਔਰ ਆਪਣੀ ਸਿਸਟਰਸ ਨੂੰ ਜਿਹੜੀਆਂ ਕਿ ਕ੍ਰੀਏਟਰਸ ਨੇ ਜਿਹੜੀਆਂ ਬਰਥ ਦਿੰਦੀਆਂ ਨੇ। ਅੱਜ ਜਿਹੜਾ ਇਹ ਬਲੌਗ ਮੈਂ ਬਣਾ ਰਿਹਾ ਬੜਾ ਹੀ ਸਿੰਪਲ ਆਪਣੇ ਬੈਡਰੂਮ 'ਚ ਬਹਿ ਕੇ ਬਣਾ ਰਿਹਾ। ਮੈਂ ਜਸਟ ਇੱਕ ਸ਼ੇਅਰ ਕਰਨਾ ਚਾਹੁੰਦਾ ਵੀ ਨਵੀਆਂ ਜਿਹੜੀਆਂ ਮਦਰਸ ਐਕਸਪੈਕਟਡ ਮਦਰਸ ਨੇ ਜਾਂ ਜਿਹੜੇ ਪਲਾਨ ਕਰ ਰਹੇ ਨੇ ਬੇਬੀਜ਼, ਨਾਟ ਓਨਲੀ ਮਦਰਸ ਐਂਡ ਫਾਦਰਸ ਬੋਥ, ਜਿਹੜੇ ਪੇਰੈਂਟਿੰਗ ਦੇ ਵਿੱਚ ਮਤਲਬ ਆਪਣਾ ਸਟੈਪ ਰੱਖਣ ਜਾ ਰਹੇ ਨੇ ਉਹਨਾਂ ਵਾਸਤੇ ਵਲੌਗ ਬਣਾ ਰਿਹਾ। ਮੈਂ ਆਪਣੇ ਐਕਸਪੀਰੀਅੰਸ ਤੋਂ ਜੋ ਮੈਂ ਸਟਾਰਟਿੰਗ ਫਰੋਮ ਕਨਸੀਵਿੰਗ ਤੋਂ ਲੈ ਕੇ ਟਿਲ ਡਿਲੀਵਰੀ ਐਂਡ ਦੈਨ ਪੋਸਟ ਡਿਲੀਵਰੀ ਜੋ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ, ਜੋ ਫੇਸ ਕੀਤੀਆਂ, ਜੋ ਕਿ ਇੱਕ ਨਿਊਲੀ ਜਿਹੜਾ ਫਸਟ ਟਾਈਮ ਜਿਹੜਾ ਬੇਬੀ ਬੋਰਨ ਜਿਨ੍ਹਾਂ ਨੂੰ ਚੈਲੰਜਸ ਰਹਿੰਦੇ ਨੇ, ਮੈਂ ਆਪਣੇ ਐਕਸਪੀਰੀਅੰਸ ਨਾਲ ਸ਼ੇਅਰ ਕਰਨਾ ਚਾਹ ਰਿਹਾ ਵੀ ਕਿਵੇਂ ਕਿਵੇਂ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇ ਸਾਰੀਆਂ ਚੀਜ਼ਾਂ ਨੂੰ ਸਟੈਪ ਬਾਏ ਸਟੈਪ ਧਿਆਨ 'ਚ ਰੱਖਾਂਗੇ ਤਾਂ ਜਿਹੜੀਆਂ ਸਟਰਗਲਸ ਜੋ ਅਸੀਂ ਕੀਤੀਆਂ, ਮਤਲਬ ਜਿਨ੍ਹਾਂ ਨੂੰ ਨਹੀਂ ਪਤਾ ਸੀ ਜਾਂ ਫਸਟ ਟਾਈਮ ਜਿਹੜੇ ਪੇਰੈਂਟਸ ਬਣ ਰਹੇ ਨੇ ਉਹਨਾਂ ਵਾਸਤੇ ਮੈਂ ਕੁਛ ਐਕਸਪਲੇਨ ਕਰਨਾ ਚਾਹ ਰਿਹਾ। ਸਭ ਤੋਂ ਪਹਿਲਾਂ ਜੀ, ਜਦੋਂ ਕਨਸੀਵ ਕਰਨਾ ਹੁੰਦਾ ਜੀ, ਜਦੋਂ ਤੁਹਾਡੇ ਦਿਮਾਗ 'ਚ ਥਾਟ ਆ ਗਈ ਵੈਨ ਬੋਥ ਆਫ ਯੂ ਆਰ ਪ੍ਰੀਪੇਅਰਡ ਟੂ ਗਿਵ ਅ ਬਰਥ ਟੂ ਅ ਬੇਬੀ, ਤਾਂ ਉਸ ਟਾਈਮ 'ਤੇ ਐਂਡ ਵੈਨ ਯੂ ਆਰ doing intimacy just for the purpose of conceiving, then ਉਦੋਂ ਇੱਕ ਧਿਆਨ 'ਚ ਰੱਖਣਾ ਚਾਹੀਦਾ ਸਾਰਿਆਂ ਨੂੰ ਵੀ ਇਸ ਪਰਟੀਕੂਲਰ ਮੂਮੈਂਟ 'ਚ ਜਿਹੜੀ ਆਪਾਂ ਮਤਲਬ ਜਿਹਦਾ ਪਰਪਸ ਆਪਣਾ ਹੈ ਵੀ ਆਪਾਂ ਇੱਕ ਨਵੇਂ ਬੱਚੇ ਨੂੰ ਬਰਥ ਦਈਏ, ਤਾਂ ਉਹ ਵਾਲਾ ਜਿਹੜਾ ਇੰਟੀਮੇਸੀ ਹੈ ਉਹਨੂੰ it should be a something spiritual intimacy. It should not be a normal for pleasure or something. It should be a spiritual intimacy. Just do it. And I think during conceiving or during discharge, ਤਾਂ ਉਦੋਂ ਵੀ ਦਿਮਾਗ 'ਚ ਜਿਹੜੀ ਥਾਟ ਆਪਣੀ ਸਪਿਰਿਚੁਅਲ ਲੈਵਲ 'ਤੇ ਰੱਬ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ। ਦਿਸ ਇਜ਼ ਵਾਟ ਆਈ ਫੀਲ। ਉਸ ਤੋਂ ਬਾਅਦ ਕਿਉਂਕਿ ਦੇਖੋ ਬੱਚੇ ਨੂੰ ਜਨਮ ਦੇਣਾ, ਇਟ ਸ਼ੁੱਡ ਨਾਟ ਬੀ ਐਕਸੀਡੈਂਟਲ, ਔਰ ਇਟ ਸ਼ੁੱਡ ਨਾਟ ਬੀ all of a sudden, or ਮਤਲਬ ਯੂ ਮਸਟ ਬੀ ਮੈਂਟਲੀ ਪ੍ਰੀਪੇਅਰਡ ਇਨਫ ਵੀ ਆਪਾਂ ਜੇ ਬੱਚੇ ਨੂੰ ਬਰਥ ਦੇ ਰਹੇ ਹਾਂ ਤਾਂ ਆਪਣਾ ਮਨ ਵੀ ਸਾਫ਼ ਹੋਣਾ ਚਾਹੀਦਾ, ਤਨ ਵੀ ਸਾਫ਼ ਹੋਣਾ ਚਾਹੀਦਾ, ਅਤੇ ਜਿਹੜੀ ਥਾਟ ਹੈ ਉਹ ਬਿਲਕੁਲ ਕ੍ਰਿਸਟਲ ਐਂਡ ਕਲੀਅਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਜਦੋਂ ਕਨਸੀਵ ਹੋ ਗਿਆ, ਇੱਕ ਵਾਰੀ ਕਨਸੀਵ ਹੋਣ ਤੋਂ ਬਾਅਦ ਜਿਹੜਾ 9 ਮਹੀਨਿਆਂ ਦਾ ਪੀਰੀਅਡ ਹੈ, ਉਹ ਵਾਲਾ ਜਿਹੜਾ ਫੇਜ਼, ਉਹਨੂੰ ਇੱਕ ਲਾਈਫ ਟਾਈਮ ਜਿਹੜਾ ਮੈਮੋਰੇਬਲ ਫੇਜ਼ ਜਿਹੜਾ ਉਹ ਇੱਕ ਵੂਮਨ ਔਰ ਇੱਕ ਮੈਨ ਵਾਸਤੇ, ਦੋਨਾਂ ਵਾਸਤੇ ਹੈ। ਤਾਂ ਲੇਡੀਜ਼ ਨੂੰ ਜਦੋਂ ਕਨਫਰਮ ਹੋ ਗਿਆ ਵੀ ਉਹ ਮਤਲਬ ਸ਼ੀ ਇਜ਼ ਪ੍ਰੈਗਨੈਂਟ ਨਾਓ, ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਕਰਨਾ ਹੈ ਉਹ ਇਹ ਹੈ, ਇੱਕ ਡਾਕਟਰ ਸਰਚ ਕਰਨਾ। ਜਿਹੜੇ ਡਾਕਟਰ ਦੀ ਹਿਸਟਰੀ ਰਹੀ ਹੋਵੇ, ਤੁਸੀਂ ਸਰਚ ਕਰਿਓ ਪਹਿਲਾਂ ਚੰਗੀ ਤਰ੍ਹਾਂ ਵੀ ਜਿਹਦੀ ਹਿਸਟਰੀ ਰਹੀ ਹੋਵੇ ਨੋਰਮਲ ਡਿਲੀਵਰੀਜ਼ ਨੂੰ ਪਰਸੂ ਕਰਨ ਦੀ। ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅੱਜ ਕੱਲ੍ਹ ਸ਼ਾਰਟਕਟਸ ਦਾ ਜ਼ਮਾਨਾ, 2020 ਦਾ ਜ਼ਮਾਨਾ, ਔਰ ਉਹਦੇ 'ਚ ਇਹ ਨਹੀਂ ਵੀ ਪਹਿਲਾਂ ਹੀ ਥਾਟ ਆਪਣੀ ਆਪ ਬੰਦਾ ਪਹਿਲਾਂ ਡੀਮੋਰਲਾਈਜ਼ ਹੁੰਦਾ ਵੀ ਅੱਜ ਕੱਲ੍ਹ ਇੰਨੀ ਕਪੈਸਿਟੀ ਨਹੀਂ ਹੈ ਪੇਨ ਨੂੰ ਝੱਲਣ ਦੀ, ਬਟ ਉੱਪਰੋਂ ਦੀ ਡਾਕਟਰ ਉਹੋ ਜਿਹੇ ਮਿਲ ਜਾਣ ਫਿਰ ਤਾਂ ਸੋਨੇ ਦੇ ਸੁਹਾਗਾ ਉਹਨਾਂ ਵਾਸਤੇ ਹੋ ਜਾਂਦਾ। ਇਸ ਕਰਕੇ ਬੈਟਰ ਆ ਪਹਿਲਾਂ ਤਾਂ ਇੱਕ ਡਾਕਟਰ ਜ਼ਰੂਰ ਉਹੋ ਜਿਹਾ ਚੂਜ਼ ਕਰੋ ਜਿਹਦੀ ਪ੍ਰੈਫਰੈਂਸ ਹਮੇਸ਼ਾ ਨੋਰਮਲ ਡਿਲੀਵਰੀਜ਼ ਦੀ ਰਹੀ ਹੋਵੇ, ਔਰ ਆਪਣਾ ਵੀ ਮਾਈਂਡ ਸੈੱਟ ਜਿਹੜਾ ਵਾ ਉਹ ਦਿਮਾਗ 'ਚ ਇਹੀ ਲੈ ਕੇ ਚੱਲਣਾ ਵੀ ਨੋਰਮਲ ਡਿਲੀਵਰੀ ਹੀ ਕਰਨੀ ਹੈ। ਹਾਂਜੀ, ਜਦੋਂ ਪ੍ਰੈਗਨੈਂਸੀ ਸਟਾਰਟ ਹੋ ਗਈ ਉਦੋਂ ਇੱਕ ਜਿਹੜਾ 9 ਮੰਥਸ ਦਾ ਪੀਰੀਅਡ ਸਟਾਰਟ ਹੋ ਗਿਆ, ਉਦੋਂ ਹਸਬੈਂਡ ਵਾਈਫ ਦੋਨਾਂ ਨੂੰ ਮਤਲਬ ਇਹਦੇ ਵਿੱਚ ਪਾਰਟੀਸਪੇਟ ਕਰਨਾ ਹੁੰਦਾ। ਵਾਈਫ ਨੂੰ ਤਾਂ ਆਪਣੀ ਹੈਲਥ ਲਈ, ਮਤਲਬ ਉਹ 9 ਮਹੀਨੇ ਦਾ ਜਿਹੜਾ ਪੀਰੀਅਡ ਹੈ, ਬਿਕੋਜ਼ ਤੁਸੀਂ ਇੱਕ ਬੱਚੇ ਨੂੰ ਜਨਮ ਦੇਣ ਵਾਲੇ ਹੋ, ਨਵੀਂ ਜ਼ਿੰਦਗੀ ਲੈ ਕੇ ਆਉਣ ਵਾਲੇ ਹੋ ਉਸ ਦੁਨੀਆ ਦੇ ਵਿੱਚ, ਤਾਂ ਤੁਹਾਡੀ ਰਿਸਪੌਂਸਿਬਿਲਿਟੀ ਹੈ ਤੁਸੀਂ ਪਹਿਲਾਂ ਤਾਂ ਆਪਣਾ ਧਿਆਨ ਰੱਖੋ, ਆਪਣੀ ਡਾਈਟ ਦਾ ਧਿਆਨ ਰੱਖੋ। ਇੱਕ ਬਹੁਤ ਹੀ ਅੱਛਾ ਡਾਈਟ ਪਲਾਨ ਕਿਸੇ ਡਾਈਟੀਸ਼ੀਅਨ ਤੋਂ ਬਣਵਾਓ, ਔਰ ਡਾਕਟਰਸ ਕੋਲ ਜਾਓਗੇ ਉਹਨਾਂ ਨੇ ਵੀ ਸਪਲੀਮੈਂਟਸ ਵਗੈਰਾ ਰੈਫਰ ਕਰਨਗੇ, ਬਟ ਬੈਟਰ ਜੇ ਤੁਸੀਂ ਸਪਲੀਮੈਂਟਸ ਦੇ ਨਾਲੋਂ ਕੋਈ ਨੈਚੁਰਲ ਡਾਈਟ ਜਿਹੜੀ ਤੁਹਾਡੇ ਸਾਰੇ ਵਾਈਟਾਮਿਨਸ ਔਰ ਮਿਨਰਲਸ ਪੂਰੇ ਕਰੇ, ਉਹ ਡਾਈਟ ਪਲਾਨ ਲੈ ਕੇ ਚੱਲੋ। ਬੜਾ ਹੀ ਪਹਿਲੇ 2-3 ਮਹੀਨੇ ਜਿਹੜੇ ਕਹਿੰਦੇ ਬੜੇ ਕ੍ਰੂਸ਼ੀਅਲ ਹੁੰਦੇ ਆ, ਉਦੋਂ ਬਹੁਤ ਧਿਆਨ ਰੱਖਣਾ ਹੁੰਦਾ। ਮਤਲਬ ਡਰਾਈਵਿੰਗ ਬੜੇ ਧਿਆਨ ਨਾਲ ਕਰਨੀ ਹੁੰਦੀ, ਜ਼ਿਆਦਾ ਝਟਕੇ ਨਹੀਂ ਲੱਗਣੇ ਚਾਹੀਦੇ, ਵੇਟ ਜ਼ਿਆਦਾ ਨਹੀਂ ਉਠਾਉਣਾ ਹੁੰਦਾ। ਮਤਲਬ ਦੇਰ ਆਰ ਮਲਟੀਪਲ ਥਿੰਗਸ ਵਿਚ ਯੂ ਹੈਵ ਟੂ ਟੇਕਨ ਕੇਅਰ ਆਫ। ਐਂਡ ਐਜ਼ ਅ ਫਾਦਰ, ਜਿਹੜਾ ਵੁੱਡ ਬੀ ਫਾਦਰ ਹੈ, ਹਸਬੈਂਡ ਹੈ, ਉਹਨਾਂ ਨੂੰ ਵੀ ਚਾਹੀਦਾ ਵੀ ਇਸ ਪੀਰੀਅਡ ਦੇ ਦੌਰਾਨ ਆਪਣੀ ਵਾਈਫਸ, ਆਪਣੀ ਸਪਾਊਸਿਸ ਨੂੰ ਪੂਰਾ ਮਤਲਬ ਧਿਆਨ ਲੈ ਕੇ ਚੱਲਣ। ਉਹਨਾਂ ਨੂੰ ਕਾਫੀ ਜ਼ਿਆਦਾ ਸਪੋਰਟ ਦੀ ਲੋੜ ਹੁੰਦੀ ਹੈ, ਕਿਉਂਕਿ ਫਸਟ ਟਾਈਮ ਐਕਸਪੀਰੀਅੰਸ ਦੋਨਾਂ ਲਈ ਇੱਕ ਨਵਾਂ ਐਕਸਪੀਰੀਅੰਸ ਹੁੰਦਾ। ਮੂਡ ਸਵਿੰਗ ਬੜੇ ਹੁੰਦੇ ਆ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਡਿਊਰਿੰਗ 9 ਮੰਥਸ ਪੀਰੀਅਡ, ਤਾਂ ਹਸਬੈਂਡ ਨੂੰ ਬਹੁਤ ਹੀ ਜ਼ਿਆਦਾ ਸਪੋਰਟਿਵ ਹੋਣ ਦੀ ਲੋੜ ਆ ਉਸ ਟਾਈਮ 'ਤੇ।
ਓਕੇ, ਉਸ ਤੋਂ ਬਾਅਦ ਜੀ ਹਾਂ, ਇੱਕ ਜਿਹੜੀ ਚੀਜ਼ ਆ ਪੋਜ਼ਿਟਿਵ ਮਾਈਂਡਸੈਟ। ਤੁਹਾਡਾ ਪੂਰੇ ਜਿਹੜੇ 9 ਮੰਥਸ ਜਦੋਂ ਬੇਬੀ ਡਿਵੈਲਪ ਹੋਣਾ ਹੈ ਮਦਰ ਦੇ ਵੋਮ ਦੇ ਵਿੱਚ, ਤਾਂ ਉਸ 9 ਮੰਥਸ ਦੇ ਵਿੱਚ ਤੁਹਾਡਾ ਮਾਈਂਡਸੈਟ ਪੋਜ਼ਿਟਿਵ ਹੋਣਾ ਚਾਹੀਦਾ। ਤੁਹਾਡੀ ਜਿਹੜੀ ਸਰਾਊਂਡਿੰਗਸ, ਜਿਹੜੀਆਂ ਵਾਈਬਸ ਆ, ਉਹ ਬੜੀਆਂ ਪੋਜ਼ਿਟਿਵ ਹੋਣੀਆਂ ਜ਼ਰੂਰੀ ਹੈ। ਜਿੱਦਾਂ ਮਰਜ਼ੀ ਸਟ੍ਰੈਸ ਹੋਵੇ ਜ਼ਿੰਦਗੀ 'ਚ, ਜੋ ਮਰਜ਼ੀ ਹੋ ਰਿਹਾ ਹੋਵੇ, ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ। ਆਪਣਾ ਮਾਈਂਡਸੈਟ ਬਿਲਕੁਲ ਕੂਲ ਰੱਖਣਾ, ਸਪੈਸ਼ਲੀ ਮਦਰਸ ਨੂੰ। ਪਰ ਉਹਦੇ ਵਿੱਚ ਹਸਬੈਂਡਸ ਦੀ ਸਪੋਰਟ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਹਸਬੈਂਡ ਹੀ ਆ ਜਿਹੜੇ ਮਤਲਬ ਇਸ ਚੀਜ਼ ਨੂੰ ਟੇਕ ਅਪ ਕਰ ਸਕਦੇ ਆ ਵੀ ਉਹਦਾ ਆਪਣੀ ਵਾਈਫ ਦੇ ਆਲੇ ਦੁਆਲੇ ਵਾਲਾ ਜਿਹੜਾ ਇਨਵਾਇਰਮੈਂਟ ਆ ਉਹ ਪੀਸਫੁਲ ਰਵੇ। ਉਹਦਾ ਮਤਲਬ ਇਹ ਨਹੀਂ ਵੀ ਸਾਰਿਆਂ ਨਾਲ ਲੜਨ ਲੱਗ ਜਾਏ, ਪੇਰੈਂਟਸ ਨਾਲ ਲੜਨ ਲੱਗ ਜਾਓ, ਬਟ ਕੋਸ਼ਿਸ਼ ਕਰੋ ਬਹੁਤ ਹੀ ਜ਼ਿਆਦਾ ਪੀਸਫੁਲ, ਚਾਰਮਿੰਗ, ਬੜਾ ਹੀ ਮਤਲਬ ਕਹਿੰਦੇ ਨੇ ਹੈਪੀਨੈਸ ਹੋਣੀ ਚਾਹੀਦੀ ਹੈ ਜਦੋਂ ਬੇਬੀ ਦੀ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ। ਔਰਾ ਕਲੀਨ ਕਰਕੇ ਚੱਲੋ ਆਪਣਾ। ਔਰਾ ਕਲੀਨ ਕਿਵੇਂ ਹੁੰਦਾ? ਔਰਾ ਕਲੀਨ ਮੈਡੀਟੇਸ਼ਨ ਨਾਲ ਹੁੰਦਾ। ਮਦਰਸ ਨੂੰ ਖਾਸ ਕਰਕੇ ਚਾਹੀਦਾ ਮੈਡੀਟੇਟ ਕਰਨ, ਕੁਛ ਟਾਈਮ ਸਪੈਂਡ ਕਰਨ ਮੈਡੀਟੇਸ਼ਨ ਦੇ ਵਿੱਚ, ਧਿਆਨ ਲਗਾਉਣ। ਔਰ ਉਸ ਤੋਂ ਇਲਾਵਾ ਭਜਨ ਸੁਣ ਸਕਦੇ ਆ, ਕੀਰਤਨ ਸੁਣ ਸਕਦੇ ਆ, ਸ਼ਬਦ ਗੁਰਬਾਣੀ ਸੁਣ ਸਕਦੇ ਆ। ਉਹ ਸਾਰਾ ਪ੍ਰੋਪਰ ਫੋਲੋ ਕਰੋ। ਮਨ ਦੀ ਸ਼ਾਂਤੀ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਵੀ, ਔਰ ਤੁਹਾਡੀ ਬੇਬੀ ਦੀ ਗਰੋਥ ਵਾਸਤੇ, ਉਹਦੀ ਮਤਲਬ ਉਹਦੀ ਫਿਜ਼ੀਕਲ ਡਿਵੈਲਪਮੈਂਟ ਪਲੱਸ ਉਹਦੀ ਮੈਂਟਲ ਡਿਵੈਲਪਮੈਂਟ ਵਾਸਤੇ ਵੀ। ਥੋੜ੍ਹਾ ਜਿਹਾ ਸਪਿਰਿਚੁਅਲ ਹੋ ਕੇ ਚੱਲੋ ਇਸ ਪੀਰੀਅਡ ਦੇ ਦੌਰਾਨ, ਮਤਲਬ ਮੇਰਾ ਕਹਿਣ ਦਾ ਅਸਲ ਮਕਸਦ ਜਿਹੜਾ ਹੈਗਾ। ਦੈਨ ਜਿੰਨੇ ਵੀ ਜੰਕ ਫੂਡ ਆ, ਜਿੰਨੇ ਵੀ ਫਰਾਈਡ ਫੂਡ, ਕੁਛ ਵੀ ਇੱਦਾਂ ਦਾ ਨਾ ਲਓ ਜਿਹੜਾ ਮਤਲਬ ਜਿਹੜੀ ਆਪਾਂ ਜਿਹਨੂੰ ਹੈਲਦੀ ਡਾਈਟ ਨਹੀਂ ਕੰਸੀਡਰ ਕਰਦੇ। ਹਾਂ, ਕਹਿੰਦੇ ਆ ਵੀ ਜੋ ਮਦਰ ਦਾ ਖਾਣ ਦਾ ਦਿਲ ਕਰਦਾ ਉਹਨੂੰ ਦੇਣਾ ਚਾਹੀਦਾ, ਪਿੱਜ਼ਾ ਖਾਣਾ ਜਾਂ ਬਰਗਰ ਖਾਣਾ, ਬਟ ਟਰਾਈ ਵੀ ਇਹਨਾਂ ਚੀਜ਼ਾਂ ਨੂੰ ਮੋਲਡ ਕਰਕੇ ਕੁਛ ਹੈਲਦੀ ਡਾਈਟ ਵਾਲੀ ਫੋਕਸ ਕੀਤਾ ਜਾਵੇ, ਤਾਂ ਆਟੋਮੈਟਿਕਲੀ ਧਿਆਨ ਤੁਹਾਡਾ ਇਹਨਾਂ ਜਿਹੜੀਆਂ ਡਾਈਟਸ ਤੋਂ, ਜੰਕ ਫੂਡਸ ਤੋਂ ਹਟ ਜਾਏਗਾ। ਥੋੜ੍ਹਾ ਹੈਲਦੀ ਖਾਓ, ਦੁੱਧ ਪੀਓ, ਮਤਲਬ ਦੁੱਧ ਹੋ ਗਿਆ। ਸਭ ਤੋਂ ਇੰਪੋਰਟੈਂਟ ਇੱਕ ਕੋਕੋਨਟ ਵਾਟਰ, ਅੱਜ ਕੱਲ੍ਹ ਜਿਹੜਾ ਫਰੈਸ਼ ਕੋਕੋਨਟ ਵਾਟਰ ਜਿਹੜਾ, ਉਹਦੀ ਇੰਪੋਰਟੈਂਸ ਬਹੁਤ ਵੱਧ ਚੁੱਕੀ ਹੈ, ਨੋਰਮਲ ਡਿਲੀਵਰੀ 'ਚ ਵੀ ਹੈਲਪ ਕਰਦਾ। ਤਾਂ ਕੋਸ਼ਿਸ਼ ਕਰਨੀ ਹੈ ਮਿਨੀਮਮ 1 ਡੇਲੀ ਜਿਹੜਾ ਹੈ ਕੋਕੋਨਟ ਵਾਟਰ ਇੱਕ ਲਓ, 1 ਤੋਂ 2 ਲੈ ਸਕਦੇ ਹਾਂ। ਜਿੰਨੇ ਜ਼ਿਆਦਾ ਲੋਗੇ ਉਨਾ ਬੈਟਰ ਹੈਗਾ, ਵੈਸੇ 2 ਤੱਕ ਪ੍ਰੈਫਰੇਬਲ ਹੈਗਾ। ਦੈਨ ਹਾਂ, ਸੈਕਿੰਡ, ਜਦੋਂ ਤੁਸੀਂ 9 ਮੰਥਸ ਸਾਰੇ ਕੰਪਲੀਟ ਕਰਨੇ ਆ, ਜਦੋਂ ਟਾਈਮ ਨੇੜੇ ਆਉਣਾ, 9 ਮੰਥਸ ਕੰਪਲੀਟ ਹੋਣ ਜਾ ਰਹੇ ਹੋਣਗੇ, ਉਦੋਂ ਆਪਣੇ ਆਪ ਨੂੰ, ਮਦਰਸ ਨੂੰ ਔਰ ਫਾਦਰ ਨੂੰ, ਦੋਨਾਂ ਨੂੰ ਮੈਂਟਲੀ ਪ੍ਰੀਪੇਅਰ ਹੋਣਾ ਹੈ ਨੋਰਮਲ ਡਿਲੀਵਰੀ ਵਾਸਤੇ। ਦੇਖੋ ਜਿਹੜੀ ਡਿਲੀਵਰੀ ਆ ਇਹ ਮਤਲਬ ਅਲਟੀਮੇਟਲੀ ਇਟ ਇਜ਼ ਇਨ ਦਾ ਹੈਂਡ ਆਫ ਗੋਡ, ਵੀ ਉਹ ਲਾਸਟ ਮੂਮੈਂਟ 'ਤੇ ਜਾਂ ਕੋਈ ਕੰਪਲੀਕੇਸ਼ਨਸ ਨਾ ਆਉਣ ਤਾਂ ਨੋਰਮਲ ਡਿਲੀਵਰੀ ਹੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ। ਜੋ ਕੁਛ ਉਹੋ ਜਿਹੀ ਦਿੱਕਤ ਆਈ ਫਿਰ ਤਾਂ ਦੇਖੋ ਸਰਜਰੀਆਂ ਦਾ ਡਾਕਟਰ ਨੇ ਮਿੰਟ ਲਾਉਣਾ ਹੁੰਦਾ ਅੱਜ ਕੱਲ੍ਹ ਕਰਨ 'ਚ, ਬਟ ਪ੍ਰੈਫਰੈਂਸ ਮਾਈਂਡਸੈਟ ਆਪਣਾ ਹੋਣਾ ਚਾਹੀਦਾ ਫॉर ਅ ਨੋਰਮਲ ਡਿਲੀਵਰੀ ਓਨਲੀ। ਆਪਣੇ ਮਾਈਂਡ ਨੂੰ ਪ੍ਰੋਗਰਾਮ ਕਰਕੇ ਚੱਲੋ ਭਾਈ, ਤੂੰ ਹਾਂ ਵੀ ਤੂੰ ਨੋਰਮਲ ਡਿਲੀਵਰੀ ਹੀ ਕਰਨੀ ਹੈ। ਮਤਲਬ ਫਾਦਰਸ ਨੂੰ ਵੀ ਚਾਹੀਦਾ ਆਪਣੀ ਵਾਈਫ ਨੂੰ ਸਮਝਾਉਣ ਵੀ ਨੋਰਮਲ ਡਿਲੀਵਰੀ ਹੀ ਪ੍ਰੈਫਰੈਂਸ ਹੈ। ਉਹੀ ਬੋਡੀ ਵਾਸਤੇ ਇੱਕ ਵੂਮਨ ਦੀ ਮਤਲਬ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਉਹਦੇ 'ਤੇ ਕਾਫੀ ਡਿਪੈਂਡ ਹੈ। ਸਰਜਰੀਅਨ ਇਜ਼ ਅ ਸ਼ਾਰਟਕਟ, ਨੋ ਡਾਊਟ ਉਹਦੇ 'ਚ ਵੀ ਹੈਲਦੀ ਰਹਿੰਦੇ ਆ ਬਾਅਦ 'ਚ, ਬਟ ਜੋ ਇੱਕ ਨੈਚੁਰਲ ਚੀਜ਼ ਹੁੰਦੀ ਹੈ ਉਹ ਨੈਚੁਰਲ ਹੁੰਦੀ ਹੈ। ਕੋਸ਼ਿਸ਼ ਕਰਨੀ ਹੈ ਆਪਣਾ ਮਾਈਂਡ ਸੈਟ ਪੂਰਾ ਰੱਖਣਾ, ਬਾਕੀ ਰੱਬ ਦੇ ਉੱਤੇ ਛੱਡ ਦੇਣਾ। ਦੈਨ ਜੀ ਹਾਂ, ਇੱਕ ਇੰਸਪੀਰੇਸ਼ਨ ਵਾਸਤੇ ਇੱਕ ਚੀਜ਼ ਮੈਂ ਨੋਟ ਕੀਤੀ ਸੀ ਵੀ ਜਦੋਂ ਜਿੰਨੀਆਂ ਦੇਖੋ ਮਿਲੀਅਨਸ ਆਫ ਪੀਪਲ ਆ ਇਸ ਵਰਲਡ ਦੇ ਵਿੱਚ, ਆਈ ਥਿੰਕ 100 ਅਰਾਊਂਡ 130 ਪਲੱਸ 140 ਮਿਲੀਅਨ 140 ਕਰੋੜਸ ਤਾਂ ਇੰਡੀਆ ਦੇ ਵਿੱਚ ਹੀ ਆਬਾਦੀ ਹੈਗੀ। ਅਤੇ ਸਾਰੇ ਦੇ ਸਾਰਿਆਂ ਦਾ ਜਿਹੜਾ ਜਨਮ ਲੈਣ ਦਾ ਪ੍ਰੋਸੀਜਰ ਉਹ ਸੇਮ ਹੀ ਆ, ਕੋਈ ਦੂਸਰਾ ਅਲੱਗ ਨਹੀਂ ਹੈਗਾ। ਇਸ ਕਰਕੇ ਜੇ ਇੰਨੀ ਜਨਤਾ, ਇੰਨੇ ਲੋਕ, ਇੰਨੀ ਦੁਨੀਆ ਪੈਦਾ ਹੋ ਚੁੱਕੀ ਹੈ ਆਲਰੇਡੀ, ਤਾਂ ਸਾਨੂੰ ਵੀ ਚਿੰਤਾ ਜਿਹੜੀ ਹੁਣ ਕਰਨ ਦੀ ਕੀ ਲੋੜ ਹੈਗੀ। ਆਪਣੇ ਆਪ ਨੂੰ ਮੈਂਟਲੀ ਪ੍ਰੀਪੇਅਰ ਕਰਨਾ, ਇੱਥੋਂ ਇੰਸਪੀਰੇਸ਼ਨਸ ਲੈਣੀਆਂ। ਉਸ ਤੋਂ ਬਾਅਦ ਜੀ ਜਦੋਂ ਦਿਨ ਆ ਗਿਆ ਡਿਲੀਵਰੀ ਦਾ, ਉਦੋਂ ਕੀ ਹੁੰਦਾ, ਉਦੋਂ ਵਿਲ ਪਾਵਰ ਸਟਰੋਂਗ ਚਾਹੀਦੀ ਆ। ਰੱਬ ਦਾ ਧਿਆਨ ਕਰੋ ਪ੍ਰੋਪਰ, ਹੈ ਰੱਬ 'ਤੇ ਛੱਡ ਦਿਓ। ਜਿਹੜੀ ਪੇਨ, ਲੇਬਰ ਪੇਨ ਉਸ ਟਾਈਮ 'ਤੇ ਲੱਗਦੀ ਹੈ, ਆਈ ਥਿੰਕ ਦਿਸ ਇਜ਼ ਕੰਸੀਡਰ ਐਜ਼ ਵਨ ਆਫ ਦਾ ਮੋਸਟ ਪੇਨ, ਮੋਸਟ ਹਾਈਐਸਟ ਲੈਵਲ ਆਫ ਪੇਨ, ਬਟ ਸਟਿਲ ਉਸ ਪੇਨ ਦੇ ਵਿੱਚ ਜੀਣਾ 3 4 5 7 ਘੰਟੇ ਜਿੰਨਾ ਵੀ ਟਾਈਮ ਲੱਗਦਾ, ਉਸ ਪੇਨ ਦੇ ਵਿੱਚ ਜੀਣ ਦੀ ਥੋੜ੍ਹੇ ਟਾਈਮ ਲਈ ਆਦਤ ਪਾਓ, ਕਿਉਂਕਿ ਉਹ ਤੁਹਾਡਾ ਉਹੀ ਦਿਨ ਜਿਹੜਾ ਉਹ ਤੁਹਾਡੇ ਬੱਚੇ ਦਾ ਜਨਮ ਹੋਣ ਵਾਲਾ, ਔਰ ਬੱਚਾ ਜਿਹੜਾ ਤੁਸੀਂ ਉਹ ਦਿਨ ਆਉਣ ਵਾਲੇ ਸਾਲਾਂ 'ਚ ਸੈਲੀਬ੍ਰੇਟ ਕਰੋਗੇ। ਮਤਲਬ ਇੱਕ ਮਦਰਹੁੱਡ ਜਾਂ ਐਜ਼ ਅ ਫਾਦਰਹੁੱਡ ਜਾਂ ਐਜ਼ ਅ ਪੇਰੈਂਟ, ਉਹ ਬਹੁਤ ਹੀ ਰਿਮਾਰਕੇਬਲ ਡੇ ਹੈ। ਇਸ ਕਰਕੇ ਉਹ ਪੇਨ ਤੋਂ ਬਾਅਦ ਜਿਹੜੀ ਰਿਲੀਫ ਮਿਲਣੀ ਆ ਜਾਂ ਜੋ ਖੁਸ਼ੀ ਆ, ਉਹ ਤੁਹਾਡੇ ਸਾਰਿਆਂ ਲਈ, ਪੇਰੈਂਟਸ ਲਈ ਵੀ, ਗ੍ਰੈਂਡ ਪੇਰੈਂਟਸ ਲਈ ਵੀ, ਸਾਰੇ ਸਮਾਜ ਲਈ ਬਹੁਤ ਮਤਲਬ ਇਟ ਵੁੱਡ ਬੀ ਰਿਮਾਰਕੇਬਲ। ਤਾਂ ਇਸ ਕਰਕੇ ਉਹਨੂੰ ਉਸ ਪੇਨ ਦੇ ਵਿੱਚ ਇੰਜੋਏ ਕਰੋ, ਕਿਉਂਕਿ ਜੇ ਪੇਨ ਨੂੰ ਤੁਸੀਂ ਪੇਨ ਲੈ ਕੇ ਚੱਲੋਗੇ, ਦੇਖੋ ਮੈਂ ਆਈ ਐਮ ਅ ਮੈਨ, ਮੈਂ ਉਹ ਪੇਨ ਮਤਲਬ ਆਈ ਡੋਂਟ ਨੋ ਵੀ ਕਿਸ ਲੈਵਲ ਦੀ ਪੇਨ ਆ, ਬਟ ਮੈਂ ਆਪਣੀ ਵਾਈਫ
ਦੀ ਡਿਲੀਵਰੀ ਵੇਲੇ ਜਦੋਂ ਮੈਂ ਓਬਜ਼ਰਵ ਕੀਤਾ, ਮਤਲਬ ਇਟ ਇਜ਼ ਦਾ ਹਾਈਐਸਟ ਲੈਵਲ ਆਫ ਪੇਨ, ਬਟ ਸਟਿਲ ਉਹਨੂੰ ਮਤਲਬ ਇਹੀ ਕਹਾਂਗਾ, ਮੈਂ ਕਹਿ ਹੀ ਸਕਦਾ ਵੈਸੇ, ਬਟ ਵੀ ਉਸ ਪੇਨ ਦੇ ਵਿੱਚ ਇੰਜੋਏ ਕਰੋ, ਵੀ ਪੇਨ ਤੁਹਾਡੀ ਮਦਰਹੁੱਡ, ਤੁਹਾਡੇ ਪੇਰੈਂਟਿੰਗ ਵਾਸਤੇ ਉਹ ਪੇਨ, ਉਹਨੂੰ ਤੁਸੀਂ ਐਜ਼ ਅ ਪੇਨ ਨਾ ਲਓ, ਪੇਨ ਦੇ ਵਿੱਚ ਸਵਾਦ ਲਓ। ਮਤਲਬ ਇਟ ਇਜ਼ ਜਸਟ ਅ ਮਤਲਬ ਫਰੋਮ ਮਾਈ ਸਾਈਡ ਇਟ ਇਜ਼ ਜਸਟ ਅ ਮੈਸੇਜ ਵੀ ਇਸ ਤਰ੍ਹਾਂ ਕਰੋਗੇ ਤਾਂ ਥੋੜ੍ਹਾ ਰਿਲੀਫ ਸ਼ਾਇਦ ਤੁਹਾਨੂੰ ਮਿਲੇਗਾ ਉਸ ਟਾਈਮ 'ਤੇ। ਔਰ ਉਹਨੂੰ ਅਵੋਇਡ ਨਹੀਂ ਕਰਨਾ ਹੁੰਦਾ ਪੇਨ ਨੂੰ। ਕਈ ਲੇਡੀਜ਼ ਕੀ ਕਰਦੀਆਂ, ਪੇਨ ਅਵੋਇਡ ਕਰਦੀਆਂ। ਡਾਕਟਰਸ ਕਹਿੰਦੇ ਨੇ ਪੇਨ ਲਓ, ਜ਼ੋਰ ਲਗਾਓ, ਬਟ ਉਹ ਅਵੋਇਡ ਕਰਦੀਆਂ ਕਿਉਂਕਿ ਜੇ ਪੇਨ ਜ਼ਿਆਦਾ ਲੈਣਗੀਆਂ, ਜ਼ਿਆਦਾ ਜ਼ੋਰ ਮਾਰਨਗੀਆਂ, ਪੇਨ ਜ਼ਿਆਦਾ ਹੋਏਗੀ, ਤਾਂ ਉਹ ਸਜੇਰੀਅਨ ਲਈ ਅੱਜ ਕੱਲ੍ਹ ਭੱਜਦੀਆਂ। ਈਵਨ ਮੇਰੀ ਵਾਈਫ ਨੇ ਵੀ ਮੈਨੂੰ ਕਹਿ ਤਾ ਸੀ ਪਹਿਲੇ ਬੇਬੀ ਵੇਲੇ ਵੀ ਮੇਰਾ ਸਜੇਰੀਅਨ ਕਰਾਓ, ਜਿਸ ਤਰ੍ਹਾਂ ਮਰਜ਼ੀ ਕਰਕੇ ਕਰਾਓ। ਮਤਲਬ ਮੈਂ ਪਹਿਲੀ ਵਾਰੀ ਇੰਨਾ ਵਰਿਡ, ਇੰਨਾ ਜ਼ਿਆਦਾ ਚਿੰਤਿਤ ਹੋ ਗਿਆ, ਮਤਲਬ ਇਟ ਵਾਜ਼ ਲਾਈਕ ਨੈਕਸਟ ਟੂ ਹੈਲ ਲਾਈਕ ਸਿਚੁਏਸ਼ਨ ਫॉर ਮੀ, ਵੀ ਮੈਂ ਕਿਵੇਂ ਇਹਨੂੰ ਟੈਕਲ ਕਰਾਂ। ਬਟ ਉਹ ਸਮਹਾਓ ਦੀ ਨੋਰਮਲ ਡਿਲੀਵਰੀ ਜਿਹੜੀ ਡਾਕਟਰ ਸੀ, ਸ਼ੀ ਵਾਜ਼ ਵੈਰੀ ਮੱਚ ਇੰਟੈਲੀਜੈਂਟ ਔਰ ਮਤਲਬ ਵੈਰੀ ਸਪੋਰਟਿਵ। ਉਹਨਾਂ ਨੇ ਬਹੁਤ ਮੈਨੂੰ ਇਨਸਿਸਟ ਕੀਤਾ ਵੀ ਐਵਰੀਥਿੰਗ ਇਜ਼ ਨੋਰਮਲ ਐਂਡ ਵੀ ਸ਼ੁੱਡ ਲੁੱਕ ਫॉर ਨੋਰਮਲ ਡਿਲੀਵਰੀ ਓਨਲੀ। ਸਜੇਰੀਅਨ ਕਿਉਂ ਕਰਨੀ ਜਦ ਨੋਰਮਲ ਡਿਲੀਵਰੀ ਦੀ ਪੋਸੀਬਿਲਿਟੀ ਪੂਰੀ ਪੂਰੀ ਹੈਗੀ। ਅਤੇ ਇਸ ਕਰਕੇ ਮਾਈਂਡ ਸੈਟ ਥੋੜ੍ਹਾ ਉੱਦਾਂ ਦਾ ਬਣਾਓ, ਆਪਣੇ ਆਪ ਨੂੰ ਮਜ਼ਬੂਤ ਕਰੋ। ਦੈਨ ਹੈ ਜੀ ਹਸਬੈਂਡ ਦਾ ਕੀ ਕੰਮ ਹੈ। ਹਸਬੈਂਡ ਦਾ ਡਿਲੀਵਰੀ ਵਾਲੇ ਦਿਨ ਜਿਹੜੇ ਤਾਂ ਮੇਰੇ ਵਰਗੇ ਹਸਬੈਂਡ ਜਿਹੜੇ ਬਹੁਤ ਇਮੋਸ਼ਨਲ ਸੈਂਟੀਮੈਂਟਲ ਜਿਹੜੇ ਹੈਗੇ ਨੇ ਮੇਰੇ ਵਰਗੇ, ਉਹਨਾਂ ਜੀ ਆ ਜਾਂਦੇ ਆ, ਟੈਂਸਡ ਹੋ ਜਾਂਦੇ ਬਹੁਤ ਜ਼ਿਆਦਾ। ਉਹਨਾਂ ਲਈ ਮੇਰੀ ਸੁਜੈਸ਼ਨ ਇਹ ਆ, ਚੁੱਪ ਕਰਕੇ ਆਪਣਾ ਆਰਾਮ ਨਾਲ ਸਾਈਡ 'ਤੇ ਕਿਤੇ ਬਹਿ ਜਾਓ। ਮਤਲਬ ਵਾਈਫ ਦੇ ਸਾਹਮਣੇ ਜ਼ਿਆਦਾ ਜਾਣ ਦੀ ਲੋੜ ਨਹੀਂ ਹੈਗੀ, ਦੂਰ ਥੋੜ੍ਹਾ ਬੈਠ ਕੇ ਜਿਹਨੂੰ ਮੰਨਦੇ ਹੋ ਉਹਦੇ ਵੱਲ ਧਿਆਨ ਲਾਓ, ਪ੍ਰੇ ਕਰੋ, ਅੰਦਰੋਂ ਅੰਦਰ ਖੁਸ਼ੀ ਜਨਰੇਟ ਕਰੋ। ਭਾਈ ਤੁਹਾਡਾ ਬੱਚਾ ਆਉਣ ਵਾਲਾ ਹੈ, ਤੁਸੀਂ ਫਾਦਰ ਬਣਨ ਵਾਲੇ ਹੋ। ਮਤਲਬ ਪੋਜ਼ੀਟਿਵ ਰਹੋ, ਬਿਲਕੁਲ ਪੋਜ਼ੀਟਿਵ ਰਹੋ। ਖੁਸ਼ੀਆਂ ਵਾਲਾ ਟਾਈਮ, ਦ ਨੈਕਸਟ ਜਰਨੀ ਵੁੱਡ ਬੀ ਅ ਵੈਰੀ ਹੈਪੀ। ਤਾਂ ਆਉਣ ਵਾਲਾ ਟਾਈਮ ਬਹੁਤ ਅੱਛਾ ਆ ਰਿਹਾ, ਤਾਂ ਉਹਨੂੰ ਇੰਜੋਏ, ਉਹਨੂੰ ਜਸਟ ਉਹਦੀ ਵੇਟ ਕਰੋ ਵੀ ਕਿੰਨੀ ਦੇਰ ਡਿਲੀਵਰੀ ਹੋ ਰਹੀ ਹੈ। ਰੱਬ ਦਾ ਨਾਂ ਲਓ, ਧਿਆਨ ਕਰੋ, ਕੋਈ ਉਹਦੇ 'ਚ ਫੰਬਲ ਹੋਣ ਦੀ ਲੋੜ ਨਹੀਂ, ਆਰਾਮ ਨਾਲ ਰਿਲੈਕਸ ਹੋ ਕੇ ਬੈਠੋ। ਬਟ ਮੈਂ ਬਹੁਤ ਜ਼ਿਆਦਾ ਘਬਰਾ ਗਿਆ ਸੀ, ਵੈਸੇ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ, ਬਟ ਸੈਕਿੰਡ ਟਾਈਮ ਮੈਂ ਆਪਣੇ ਆਪ ਨੂੰ ਬਹੁਤ ਮਤਲਬ ਨੋਰਮਲ ਕਰ ਲਿਆ, ਕਾਫੀ ਨੋਰਮਲ ਰੱਖਿਆ। ਦੈਨ ਹੈ ਜੀ ਵੈਲਕਮ ਦਾ ਨਿਊ ਬੋਰਨ। ਹਾਂਜੀ, ਜਦੋਂ ਹੁਣ ਡਿਲੀਵਰੀ ਹੋ ਗਈ, ਉਦੋਂ ਫੀਲ ਕਰੋ ਐਜ਼ ਅ ਪੇਰੈਂਟ, ਜੋ ਤੁਹਾਡੇ ਕੋਲ ਹੁਣ ਜੋ ਐਟਮੋਸਫੇਅਰ ਪਹਿਲਾਂ ਸੀ ਔਰ ਹੁਣ ਦਾ, ਮਤਲਬ ਆਲ ਟੂਗੈਦਰ ਇੱਕ ਨਵੀਂ ਜ਼ਿੰਦਗੀ 'ਚ ਤੁਸੀਂ ਐਂਟਰ ਕਰ ਗਏ ਹੋ। ਨਵੀਂ ਜ਼ਿੰਦਗੀ ਇਸ ਕਰਕੇ ਕਿਉਂਕਿ ਇੱਕ ਬੱਚੇ ਨੇ ਬੌਰਨ ਕੀਤਾ ਔਰ ਤੁਸੀਂ ਫਾਦਰ ਬਣ ਗਏ ਹੋ ਜਾਂ ਮਦਰ ਬਣ ਗਏ ਹੋ। ਇੱਕ ਨਵੀਂ ਜ਼ਿੰਦਗੀ ਤੁਹਾਡੀ ਬਣ ਗਈ। ਯੂ ਆਰ ਨਾਓ ਅ ਮਦਰ ਔਰ ਯੂ ਆਰ ਨਾਓ ਅ ਫਾਦਰ। ਤਾਂ ਇੱਕ ਨਵੀਂ ਜ਼ਿੰਦਗੀ ਨੂੰ ਵੈਲਕਮ ਕਰੋ। ਬੱਚੇ ਦੇ ਨਾਲ ਨਾਲ ਤੁਹਾਡੀ ਵੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਹੁਣ। ਅਤੇ ਰੱਬ ਅੱਗੇ ਅਰਦਾਸ ਕਰੋ, ਬਹੁਤ ਬਹੁਤ ਸ਼ੁਕਰਾਨਾ ਕਰੋ, ਬੀ ਗ੍ਰੇਟਫੁਲ ਟੂ ਦ ਗੋਡ ਫਰੋਮ ਦ ਬੋਟਮ ਆਫ ਯੂਰ ਹਾਰਟ। ਉਸ ਤੋਂ ਬਾਅਦ ਇਮੀਡੀਏਟਲੀ ਜਿਹੜੀ ਮਦਰ ਨੇ ਜਿਹੜੀ ਫੀਡ ਦੇਣੀ ਹੈ, ਪਹਿਲੀ ਫੀਡ ਬੱਚੇ ਲਈ ਬਹੁਤ ਇੰਪੋਰਟੈਂਟ ਹੈ। ਉਹ ਡਾਕਟਰਸ ਔਰ ਨਰਸਿਸ ਦੀ ਹੈਲਪ ਦੇ ਨਾਲ ਇਮੀਡੀਏਟਲੀ ਫੀਡ ਕਰਨਾ ਹੁੰਦਾ। ਆਈ ਨੋ ਉਸ ਟਾਈਮ 'ਤੇ ਮਦਰਸ ਦੀ ਹਾਲਤ ਮਤਲਬ ਬਹੁਤ ਜ਼ਿਆਦਾ ਨਾਜ਼ੁਕ ਹੁੰਦੀ ਹੈ, ਬਟ ਸਟਿਲ ਉਹਨਾਂ ਨੂੰ ਮੈਂਟਲੀ ਫਿਰ ਪ੍ਰੀਪੇਅਰਡ ਰਹਿਣਾ ਪਏਗਾ ਬੇਬੀ ਦੀ ਫੀਡ ਵਾਸਤੇ। ਉਸ ਤੋਂ ਬਾਅਦ ਬੇਬੀ ਸਾਰੀ ਟੈਸਟਿੰਗ ਹੋਏਗੀ, ਸਭ ਕੁਝ ਡਾਕਟਰਸ ਦੇਖਣਗੇ ਸਭ ਠੀਕ ਠਾਕ ਹੈ। ਦੈਨ ਅੱਜ ਕੱਲ੍ਹ ਕੀ ਹੁੰਦਾ, ਸਪਲੀਮੈਂਟਸ ਲੈਣ ਦੇ ਨਾਲ ਨਾ ਜ਼ਿਆਦਾਤਰ ਜੌਂਡਿਸ ਬੱਚਿਆਂ ਨੂੰ ਬਹੁਤ ਹੋਣ ਲੱਗ ਗਏ। ਔਰ ਆਈ ਥਿੰਕ ਮੇਰੇ ਖਿਆਲ ਸਪਲੀਮੈਂਟ ਇਜ਼ ਵਨ ਆਫ ਦਾ ਰੀਜ਼ਨ। ਔਰ ਕਈ ਵਾਰੀ ਬਲੱਡ ਗਰੁੱਪ ਮਿਸਮੈਚ ਹੁੰਦੇ, ਉਹਦੇ ਕਰਕੇ ਵੀ ਹੋ ਜਾਂਦਾ। ਤਾਂ ਉਹ ਜੌਂਡਿਸ ਜੇ ਹੁੰਦਾ ਤਾਂ ਉਹ ਉਹਦੇ 'ਚ ਰੱਖਣਗੇ, ਜਿਹੜੀਆਂ ਅਲਟਰਾ ਵਾਇਲਟ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹਦੇ 'ਚ ਰੱਖਣਗੇ। ਤਾਂ ਉਹਦੇ ਲਈ ਵਰੀ ਬਿਲਕੁਲ ਨਹੀਂ ਕਰਨੀ। ਇਟ ਇਜ਼ ਵੈਰੀ ਨੋਰਮਲ। ਉਹਦੇ ਥੱਲੇ ਰੱਖ ਕੇ ਬੇਬੀ ਤੁਹਾਡਾ ਬਿਲਕੁਲ ਫਿੱਟ ਐਂਡ ਫਾਈਨ ਹੋ ਜਾਏਗਾ। ਔਰ ਜਦੋਂ ਬੇਬੀ ਉੱਥੋਂ ਆ ਗਿਆ, ਰੱਬ ਕਰੇ ਵੀ ਨਾ ਬਿਲਕੁਲ ਨੋਰਮਲ ਹੋਵੇ, ਜੌਂਡਿਸ ਵੀ ਨਾ ਹੋਵੇ। ਔਰ ਜਦੋਂ ਬੇਬੀ ਤੁਹਾਡੇ ਕੋਲ ਆ ਗਿਆ, ਮਦਰ ਨੂੰ ਮਿਲ ਗਿਆ, ਉਸ ਟਾਈਮ 'ਤੇ ਫੀਡਿੰਗ ਵੱਲ ਪੂਰਾ ਜ਼ੋਰ ਦੇਣਾ ਜੀ। ਸਭ ਤੋਂ ਇੰਪੋਰਟੈਂਟ ਦੇਖੋ ਇੱਥੇ ਕੀ ਹੁੰਦਾ ਹੈ, ਅੱਜ ਕੱਲ੍ਹ ਦੀਆਂ ਮਦਰਸ ਜਿਹੜੀਆਂ ਨਵੀਂ ਜਨਰੇਸ਼ਨਸ ਹੈਗੀਆਂ, ਬਹੁਤ ਸ਼ਾਰਟਕਟਸ ਆ, ਬਹੁਤ ਜ਼ਿਆਦਾ ਮਤਲਬ ਐਫਰਟਸ ਨਹੀਂ ਕਰਕੇ ਰਾਜ਼ੀ, ਸੌਰੀ ਟੂ ਸੇ, ਬਟ ਇਸ ਤਰ੍ਹਾਂ ਮੈਕਸੀਮਮ ਜਿਹੜਾ ਇੱਦਾਂ ਹੁੰਦਾ। ਤਾਂ ਉੱਥੇ ਕੀ ਕਰਨਾ ਹੈ, ਦੇਖੋ ਮਦਰ ਫੀਡ ਇਜ਼ ਵੈਰੀ ਕ੍ਰੂਸ਼ਲ। ਔਰ ਉਹ 6 ਮਹੀਨੇ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਪਹਿਲੇ ਜਿਹੜੇ 2 3 4 ਦਿਨ ਹੁੰਦੇ ਆ ਆਫਟਰ ਡਿਲੀਵਰੀ, ਬੱਚੇ ਦੇ ਜਨਮ ਤੋਂ ਬਾਅਦ, ਉਦੋਂ ਜਿਹੜੀ ਫੀਡ ਹੈ ਉਹ ਥੋੜ੍ਹੀ ਡਿਫੀਕਲਟ ਹੋ ਸਕਦੀ ਹੈ। ਥੋੜ੍ਹੀ ਨਹੀਂ, ਕਈ ਵਾਰੀ ਕਈਆਂ ਲਈ ਬਹੁਤ ਜ਼ਿਆਦਾ ਡਿਫੀਕਲਟ ਵੀ ਹੋ ਸਕਦੀ। ਪਰ ਆਪਣੇ ਜਿੰਨੇ ਬੈਸਟ ਐਫਰਟ ਹੈ, ਪੂਰੀ ਜਾਨ ਲਗਾ ਦੇਣੀ ਹੈ ਬੇਟੇ ਨੂੰ, ਆਪਣੇ ਬੱਚੇ ਨੂੰ ਜਾਂ ਗੁੜੀਆਂ ਨੂੰ ਫੀਡ ਦੇਣ ਵਾਸਤੇ। ਔਰ ਇਹਦੇ ਵਾਸਤੇ ਨਾ ਅੱਜ ਕੱਲ੍ਹ ਕਾਫੀ ਸਾਰੇ ਟੈਕਨੀਕਸ ਆ ਗਈਆਂ। ਕੋਈ ਨਿੱਪਲ ਆਉਂਦਾ, ਆਰਟੀਫਿਸ਼ਲ ਨਿੱਪਲ, ਉਹ ਯੂਜ਼ ਕਰ ਸਕਦੇ ਹੋ ਨਾਲ ਲਗਾ ਕੇ, ਆਪਣੇ ਜਿਹੜਾ ਆਪਣੇ ਨਿੱਪਲ ਦੇ ਨਾਲ ਲਗਾ ਕੇ ਮਦਰਸ ਜਿਹੜੀਆਂ ਫੀਡ ਕਰ ਸਕਦੀਆਂ। ਜਾਂ ਉਸ ਤੋਂ ਇਲਾਵਾ ਇੱਕ ਜੇ ਦੁੱਧ ਘੱਟ ਆਵੇ, ਸਪੋਜ਼ ਕਈ ਵਾਰੀ ਇੱਦਾਂ ਲੱਗਦਾ ਵੀ ਹੈਵੀ ਨਹੀਂ ਹੈ ਜਾਂ ਦੁੱਧ ਨਹੀਂ ਆ ਰਿਹਾ, ਤਾਂ ਉਸ ਸਪਲੀਮੈਂਟਸ ਵੀ ਆਉਂਦੇ ਨੇ ਫॉर ਮਦਰ। ਤਾਂ ਉਹ ਸਪਲੀਮੈਂਟ 1 ਜਾਂ 2 ਜਾਂ 3 ਦਿਨ ਵੀ ਲੈ ਸਕਦੇ ਹਾਂ। ਉਹ ਡਾਕਟਰ ਦੀ ਸਲਾਹ ਨਾਲ ਲੈਣਾ ਹੈ ਸਾਰਾ ਕੁਝ।
ਬਟ ਇਹ ਬਹੁਤ ਇੰਪੋਰਟੈਂਟ ਹੈ, ਫੀਡ ਨੂੰ ਨਾ ਭੁੱਲਿਓ, ਫੀਡ ਇਜ਼ ਵੈਰੀ 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 ਮੱਚ ਇੰਪੋਰਟੈਂਟ। ਔਰ ਸੈਕੰਡਲੀ ਬਾਈ ਚਾਂਸ ਨਹੀਂ ਵੀ ਦੇ ਪਾਏ ਫੀਡ ਤਾਂ ਉਹਦੇ ਲਈ ਆਲਟਰਨੇਟਿਵ ਹੈ, ਬੱਚਿਆਂ ਦੇ ਸਪਲੀਮੈਂਟਸ ਵੀ ਆਉਂਦੇ ਆ, ਬਟ ਉਹ ਲਾਸਟ ਆਪਸ਼ਨ ਹੋਣੀ ਚਾਹੀਦੀ, ਬਿਲਕੁਲ ਲਾਸਟ ਆਪਸ਼ਨ, ਜਿਹਨੂੰ ਟਾਪ ਫੀਡ ਬੋਲਦੇ ਆ, ਉਹ ਫੀਡ ਦੀ ਆਪਸ਼ਨ ਬਿਲਕੁਲ ਲਾਸਟ ਹੋਣੀ ਚਾਹੀਦੀ। ਪਹਿਲੀ ਪ੍ਰੈਫਰੈਂਸ, ਪਹਿਲੀ ਔਰ ਆਖਰੀ ਪ੍ਰੈਫਰੈਂਸ ਮੈਂ ਕਹੂੰਗਾ ਮਦਰ ਫੀਡ ਹੀ ਹੋਣੀ ਚਾਹੀਦੀ ਹੈ। ਓਕੇ ਦੈਨ ਯੂ نو ਫਾਦਰ ਦੀ ਜੌਬ ਕੀ ਹੈ? ਫਾਦਰ ਦੀ ਜੌਬ ਹੁਣ ਸਟਾਰਟ ਹੋਣੀ ਹੈ ਜਦੋਂ ਬਰਥ ਹੋ ਗਿਆ। ਫਾਦਰ ਜੋ ਬਹੁਤ ਨੋਰਮਲ, ਕਿ ਫਾਦਰ ਲੋਕੀ ਕਹਿੰਦੇ ਜੀ ਫਾਦਰ ਨੇ ਤਾਂ ਮਜ਼ੇ ਲਏ ਔਰ ਬੱਚਾ ਆ ਗਿਆ ਜੀ, ਮਦਰ ਨੇ ਸਾਰਾ ਕੁਝ ਝੇਲਿਆ, ਬਟ ਮਦਰ ਨੇ ਉਹ 9 ਮਹੀਨੇ ਦਾ ਪੀਰੀਅਡ ਔਰ ਡਿਲੀਵਰੀ ਦਾ ਬਹੁਤ ਕ੍ਰੂਸ਼ਲ ਝੇਲਿਆ, ਬਟ ਫਾਦਰ ਦੀ ਅਸਲ ਰਿਸਪੌਂਸਿਬਿਲਿਟੀ ਹੁਣ ਸਟਾਰਟ ਹੋਈ। ਪਹਿਲਾਂ ਤਾਂ ਜੀ ਜਿਨ੍ਹਾਂ ਨੂੰ ਰਾਤ ਰਾਤ ਮੇਰੇ ਵਰਗੇ ਜਿਹੜੇ ਮਤਲਬ ਬਹੁਤ ਸੌਂਦੇ ਹੋਣਗੇ ਉਹਨਾਂ ਲਈ ਨੀਂਦ ਹਿੱਲ ਜਾਏਗੀ ਇੱਕ ਵਾਰੀ, ਤਾਂ ਜਿਹੜੀ ਨੀਂਦ ਹਿੱਲੂਗੀ ਉਹਦੇ ਲਈ ਮੈਂਟਲੀ ਪ੍ਰਿਪੇਅਰ ਰਹੋ, ਬਿਲਕੁਲ ਪੈਨਿਕ ਨਹੀਂ ਕਰਨਾ, ਉਹ ਕਰਨਾ ਹੀ ਪੈਣਾ ਜੀ, ਉਹ ਤਾਂ ਕੋਈ ਚਾਰਾ ਹੀ ਨਹੀਂ ਹੈ। ਸਾਡੇ ਪੇਰੈਂਟਸ ਨੇ ਵੀ ਸਾਨੂੰ ਪਾਲਿਆ, ਵੱਡੇ ਕੀਤਾ, ਹੁਣ ਸਾਡੀ ਵਾਰੀ ਆ, ਤਾਂ ਇਹ ਫਾਦਰਹੁੱਡ ਆ, ਇੰਜੋਏ ਕਰੋ ਉਹਨੂੰ। ਆਪਣੇ ਰਾਤ ਜੇ ਜਾਗਣਾ ਪੈਂਦਾ ਵਿੱਚ ਜਾਗੋ, ਮਦਰ ਤਾਂ ਜਾਗ ਹੀ ਰਹੀ ਹੈ, ਨਾਲ ਤੁਹਾਨੂੰ ਵੀ ਜੇ ਜਾਗਣਾ ਪੈਂਦਾ ਕਿਤੇ ਕਿਤੇ ਸਪੋਰਟ ਕਰਨੀ ਪਏਗੀ, ਠੀਕ ਹੈ। ਔਰ ਇੱਕ ਤਾਂ ਤੁਸੀਂ ਮਤਲਬ ਸਪੋਰਟਿਵ ਪੂਰੇ ਰਹਿਣਾ ਰਾਤਾਂ ਨੂੰ ਜਾਗਣ ਲਈ, ਔਰ ਇਸ ਫਾਦਰਹੁੱਡ ਨੂੰ ਇੰਜੋਏ ਕਰੋ, ਆਪਣੀ ਸਪਾਊਸ ਨੂੰ ਪਿਆਰ ਦਿਓ ਬਹੁਤ ਜ਼ਿਆਦਾ, ਬੱਚੇ ਨੂੰ ਵੀ ਪਿਆਰ ਦਿਓ। ਔਰ ਜਿਹੜਾ ਨੈਕਸਟ ਹੁਣ ਜਿਹੜਾ ਸਵਾ ਮਹੀਨਾ, ਜਿਹੜਾ ਪੰਜਾਬ ਦੇ ਵਿੱਚ ਕੀ ਹਰ ਪਾਸੇ ਆਈ ਥਿੰਕ ਕ੍ਰੂਸ਼ਲ ਗਿਣਿਆ ਜਾਂਦਾ, ਸਵਾ ਮਹੀਨਾ ਅਰਾਊਂਡ 45 ਡੇਜ਼ ਗਿਣਦੇ ਆ, ਉਹ ਮਹੀਨਾ ਕ੍ਰੂਸ਼ਲ ਇਸ ਕਰਕੇ ਆ ਵੀ ਉਦੋਂ ਜਿਹੜੀ ਮਦਰ ਨੇ ਡਿਲੀਵਰੀ ਤੋਂ ਬਾਅਦ ਜਿਹੜੀ ਰਿਕਵਰੀ ਕਰਨੀ ਹੁੰਦੀ ਬੋਡੀ ਨੇ, ਉਹਦੇ ਵਾਸਤੇ ਉਹਨੂੰ ਡਾਈਟ ਦੀ ਲੋੜ ਹੁੰਦੀ ਹੈ। ਬੱਚਾ ਵੀ ਨਿਊਲੀ ਬੋਰਨ ਹੁੰਦਾ, ਨਵੇਂ ਐਟਮੋਸਫੇਅਰ, ਨਵੇਂ ਇਨਵਾਇਰਮੈਂਟ 'ਚ ਆਉਂਦਾ, ਤਾਂ ਉਹਨੂੰ ਵੀ ਢਾਲਣ ਵਾਸਤੇ ਥੋੜ੍ਹਾ ਟਾਈਮ ਲੱਗਦਾ ਆਪਣੇ ਆਪ ਨੂੰ ਐਡਜਸਟ ਕਰਨ ਲਈ। ਤਾਂ ਉਹ ਜਿਹੜਾ ਸਵਾ ਮਹੀਨਾ ਹੈ ਉਹਨੂੰ ਦਬਾ ਕੇ, ਮਤਲਬ ਮਦਰ ਨੇ ਨੈਚੁਰਲ ਰਾਈਟਸ ਜਿਹੜੀਆਂ ਹੈਗੀਆਂ, ਪੰਜੀਰੀ ਜਿਹਨੂੰ ਬੋਲਦਾ, ਆਈ ਥਿੰਕ ਗਰਮੀਆਂ 'ਚ ਪੰਜੀਰੀ ਦਾ ਮੈਨੂੰ ਆਈਡੀਆ ਨਹੀਂ, ਸਰਦੀਆਂ 'ਚ ਤਾਂ ਪੰਜੀਰੀ ਬਹੁਤ ਵਧੀਆ, ਪੰਜੀਰੀ ਲੋਕ ਗਰਮੀਆਂ 'ਚ ਵੀ ਲੈ ਸਕਦੇ, ਸ਼ਾਇਦ ਉਹ ਸਿਆਣੇ ਕਿਸੇ ਨਾਲ ਕੰਸਲਟ ਕਰਕੇ ਲੈ ਲਿਓ। ਔਰ ਬੱਚੇ ਨੂੰ ਤਾਂ ਮਦਰ ਫੀਡ ਹੀ ਰਹਿਣੀ ਹੈ, ਠੰਡ ਤੋਂ ਬਚਾ ਕੇ ਰੱਖਣਾ, ਘਰੋਂ ਬਾਹਰ ਜ਼ਿਆਦਾ ਜਾਣ ਦੀ ਲੋੜ ਨਹੀਂ। ਸਵਾ ਮਹੀਨਾ ਚਿੱਲ ਮਾਰੋ, ਇੰਜੋਏ ਕਰੋ, ਬੱਚੇ ਦੀ ਸੇਵਾ ਕਰੋ ਦਿਨ ਰਾਤ, ਉਹਨੂੰ ਵੱਡਾ ਕਰੋ, ਹਾਂ, ਅਤੇ ਇੰਜੋਏ ਕਰੋ ਆਹ ਵਾਲਾ ਜਿਹੜਾ ਫੇਜ਼ ਹੈਗਾ। ਉਸ ਤੋਂ ਬਾਅਦ ਜੀ ਇੱਕ ਹਾਂ ਮੈਂ ਮਤਲਬ ਮੈਂ ਕਿਉਂ ਵੀਡੀਓ ਬਣਾਈ ਉਹਦਾ ਮੈਂ ਰੀਜ਼ਨ ਥੋੜ੍ਹਾ ਐਕਸਪਲੇਨ ਕਰਨਾ ਚਾਹੁੰਦਾ। ਮੈਂ ਆਪਣੀ ਵਾਈਫ ਨੂੰ ਦੇਖਿਆ, ਦੇਖੋ ਜਦੋਂ ਮਦਰ ਨੇ ਸਾਨੂੰ ਪੈਦਾ ਕੀਤਾ, ਉਸ ਤੋਂ ਬਾਅਦ ਅਸੀਂ ਜ਼ਿੰਦਗੀ ਜੀ ਲਈ ਸਾਰੀ, ਮਤਲਬ ਆਪਣਾ ਵਿਆਹ ਹੋਏ ਹੈ ਨਾ, ਤਦ ਤੱਕ ਬਿਲਕੁਲ ਨਹੀਂ ਪਤਾ ਅਹਿਸਾਸ ਹੁੰਦਾ ਬੰਦੇ ਨੂੰ ਵੀ ਇੱਕ ਮਦਰ ਕੀ ਚੀਜ਼ ਹੈ ਔਰ ਇੱਕ ਔਰਤ ਕੀ ਚੀਜ਼ ਹੈ, ਇੱਕ ਲੇਡੀ ਕੀ ਚੀਜ਼ ਹੈ ਐਕਚੁਅਲ ਦੇ ਵਿੱਚ। ਅਤੇ ਜੋ ਲੇਡੀ ਇੱਕ ਫੇਸ ਕਰਦੀ ਹੈ ਇਹ ਸਾਰਾ ਓਵਰਆਲ ਜਿਹੜਾ ਪੀਰੀਅਡ ਹੈ, ਮਤਲਬ ਪ੍ਰੈਗਨੈਂਸੀ ਦਾ, ਮਦਰਹੁੱਡ ਦਾ, ਬੱਚੇ ਜੰਮਣ ਦਾ, ਉਸ ਤੋਂ ਬਾਅਦ ਦਾ ਪਾਲਣ ਦਾ, ਅਜੇ ਉਸ ਤੋਂ ਬਾਅਦ ਵੀ ਜਰਨੀ ਚੱਲਣੀ ਹੈ, ਸਕੂਲ ਭੇਜੋ, ਕਰੋ, ਖਵਾਓ ਪਿਆਓ, ਟਿਫਨ ਪੈਕ ਕਰੋ, ਮਲਟੀਪਲ ਥਿੰਗਸ ਆਰ ਗੋਇੰਗ ਟੂ ਹੈਪਨ। ਤਾਂ ਇਸ ਕਰਕੇ ਮੈਂ ਮਤਲਬ ਮੇਰਾ ਦਿਲੋਂ ਆਈ ਜਸਟ ਵਾਂਟ ਟੂ ਸਲੂਟ ਫਰੋਮ ਦ ਬਾਟਮ ਮਾਈ ਹਾਰਟ ਟੂ ਆਲ ਦ ਲੇਡੀਜ਼, ਆਲ ਦ ਸਿਸਟਰਸ, ਆਲ ਦ ਮਦਰਸ, ਕਿ ਜਿਹੜਾ ਤੁਸੀਂ ਇਹ ਮਤਲਬ ਇਹਦਾ ਤੁਹਾਡਾ ਜਿਹੜਾ ਦੇਣਾ ਕੋਈ ਦੇ ਨਹੀਂ ਸਕਦਾ। ਮਤਲਬ ਯੂ ਆਰ ਦਾ, ਆਈ ਮਸਟ ਸੇ ਗੋਡ ਇਜ਼ ਦ ਕ੍ਰੀਏਟਰ, ਬਟ ਯੂ ਆਰ ਦ ਕ੍ਰੀਏਟਰ ਇਨ ਰੀਅਲ ਸੈਂਸ। ਗੋਡ ਤੁਹਾਡੇ ਰੂਪ ਦੇ ਵਿੱਚ ਹੀ ਆ ਕੇ ਕ੍ਰੀਏਟ ਕਰਦਾ, ਜਿਹੜੀ ਤੁਸੀਂ ਪੇਨ ਝੇਲਦੇ ਹੋ, ਜੋ ਤੁਸੀਂ ਆ ਸਾਰਾ ਕੁਝ ਇੰਨਾ ਜ਼ਿਆਦਾ ਸੈਕਰੀਫਾਈਸ ਹੀ ਕਹਾਂਗਾ ਜਿਹੜਾ ਕਰਦੇ ਹੋ ਐਜ਼ ਅ ਮਦਰ। ਕਰੀਅਰ ਵਾਈਜ਼ ਵੀ ਸੈਕਰੀਫਾਈਸ ਕਰਨਾ ਪੈਂਦਾ, 2-3 ਮਹੀਨੇ ਬ੍ਰੇਕ ਵੀ ਲੈਣੀ ਪੈਂਦੀ, 6-6 ਮਹੀਨੇ ਕਈ ਵਾਰੀ ਜੌਬ ਛੱਡਣੀ ਪੈਂਦੀ, ਜਾਂ ਆਪਣਾ ਕੰਮ ਵੀ ਛੱਡਣਾ ਪੈਂਦਾ ਥੋੜ੍ਹੇ ਟਾਈਮ ਲਈ। ਮਤਲਬ ਜੋ ਸੈਕਰੀਫਾਈਸਿਸ ਤੁਸੀਂ ਕਰ ਜਾਂਦੇ ਹੋ ਉਹ ਬੰਦਾ ਤਾਂ ਸੋਚ ਨਹੀਂ ਸਕਦਾ। ਇਸ ਕਰਕੇ ਬੰਦਿਆਂ ਨੂੰ ਵੀ ਮੇਲਸ ਨੂੰ ਵੀ ਮੇਰੀ ਰਿਕੁਐਸਟ ਹੈ, ਪੂਰੀ ਕਦਰ ਕਰੋ, ਰਿਸਪੈਕਟ ਕਰੋ ਦਬਾ ਕੇ, ਠੀਕ ਹੈ। ਚਾਹੇ ਸਿਸਟਰ ਹੈ, ਚਾਹੇ ਤੁਹਾਡੀ ਵਾਈਫ ਹੈ, ਚਾਹੇ ਮਦਰ ਹੈ, ਇਹਨਾਂ ਤੋਂ ਬਗੈਰ ਮਤਲਬ ਦੁਨੀਆ 'ਚ ਕੋਈ ਆ ਨਹੀਂ ਸਕਦਾ। ਔਰ ਮਤਲਬ ਸ਼ੁਕਰਾਨਾ ਹੋਣਾ ਚਾਹੀਦਾ ਇਹਨਾਂ ਦਾ, ਪੂਰੀ ਰਿਸਪੈਕਟ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਔਰ ਕਿਤੇ ਨਾ ਕਿਤੇ ਤੁਹਾਡੇ ਲਈ ਹੈਲਪਫੁਲ ਹੋਏਗੀ। ਮੈਂ ਜਸਟ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਤੁਸੀਂ ਆਪਣਾ ਕੰਸਲਟ ਕਰਨਾ ਵੱਡਿਆਂ ਨੂੰ, ਸਿਆਣਿਆਂ ਨੂੰ, ਡਾਕਟਰਸ ਨੂੰ, ਬਟ ਮੈਂਟਲੀ ਪ੍ਰੀਪੇਅਰਡ ਰਹਿਣਾ ਇਹਨਾਂ ਚੀਜ਼ਾਂ ਵਾਸਤੇ ਜਿਹੜੀਆਂ ਮੈਂ ਮੈਂਸ਼ਨ ਕੀਤੀਆਂ। ਥੈਂਕ ਯੂ, ਬਾਏ।